ਹਾਂਜੀ, ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤਿ ਗਿਆਨ ਟੀਵੀ ਉੱਪਰ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਜਪ ਵਿਚਾਰ ਭਾਗ 19ਵਾਂ। ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਸੀ ਕਿ ਜਿਹੜੀ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਪੌੜੀ ਆ, 15ਵੀਂ ਪੌੜੀ, ਸੌਰੀ 16ਵੀਂ ਪੌੜੀ ਜੀ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਸਾਂਝ ਪਾਈ ਗਈ ਸੀ ਕਿ ਕਿਵੇਂ ਜਿਹੜਾ ਪੰਜ ਸ਼ਬਦ ਦੇ ਅਰਥ ਆ, ਜਾਂ ਜਿਹੜਾ ਧੌਲ ਲਫ਼ਜ਼ ਆ, ਧੌਲ ਧਰਮ ਦਇਆ ਕਾ ਪੂਤ, ਉਸ ਤਰੀਕੇ ਦੇ ਨਾਲ ਨੇਚਰ ਦਾ ਜਿਹੜਾ ਅਸਲ ਕੰਸੈਪਟ ਆ, ਕੁਦਰਤ ਕਵਨ ਕਹਾਂ ਵਿਚਾਰ, ਕੇ ਜਿਹੜੀ ਕੁਦਰਤ ਦੀ ਵਿਚਾਰ ਆ, ਜਿਹੜੀ ਉਹਦਾ ਅੰਤ ਆ ਨਹੀਂ ਪਾਇਆ ਜਾ ਸਕਦਾ, ਨੇਚਰ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਸ ਬਾਰੇ ਵਿਚਾਰ ਤੁਹਾਡੇ ਨਾਲ ਪਿਛਲੀ ਪੌੜੀ ਦੇ ਵਿੱਚ, ਪਿਛਲੇ ਐਪੀਸੋਡ ਦੇ ਵਿੱਚ ਸਾਂਝ ਪਾਈ ਜਾ ਚੁੱਕੀ ਹੈ ਜੀ। ਅੱਜ ਅਸੀਂ ਅਗਲੀ ਪੌੜੀ ਦੇ ਵੱਲ ਵਧਦੇ ਹਾਂ ਜੀ, 17ਵੀਂ ਪੌੜੀ ਦੇ ਵੱਲ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ। ਸਵਾਗਤ ਹੈ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ, ਜਿਵੇਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਪੰਜ ਪ੍ਰਧਾਨ ਵਾਲੀ ਪੌੜੀ ਦੀ ਜਿਹੜੀ ਵਿਆਖਿਆ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਉਹਦੀ ਸਾਂਝ ਪਾਈ ਸੀ, ਤੇ ਅੱਜ ਆਪਾਂ 17ਵੀਂ ਪੌੜੀ ਹੈ ਜਿਹੜੀ ਕਿ ਅਸੰਖ ਜਪ ਅਸੰਖ ਭਾਉ। ਸਭ ਤੋਂ ਪਹਿਲਾਂ ਤਾਂ ਮੈਂ ਇਸ ਪੌੜੀ ਦਾ ਉਚਾਰਨ ਦੇ ਦਿੰਦਾ ਵਾਂ ਸਾਡੇ ਸਰੋਤਿਆਂ ਨੂੰ, ਤਾਂ ਜੋ ਸਮਝ ਸਕਣ ਕਿ ਕਿਹੜੀ ਪੌੜੀ ਆ, ਉਹਨਾਂ ਦੇ ਧਿਆਨ ਦੇ ਵਿੱਚ ਆ ਸਕੇ। ਉਸ ਤੋਂ ਬਾਅਦ ਆਪਾਂ ਵਿਚਾਰ ਦੀ ਜਿਹੜੀ ਲੜੀਵਾਰ ਵਿਚਾਰ ਆ ਉਹ ਸ਼ੁਰੂ ਕਰਦੇ ਹਾਂ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀ 17ਵੀਂ ਪੌੜੀ ਦੇ ਵਿੱਚ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੂੰਹ ਪਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ ਬਾਪੂ ਜੀ ਦਾ ਜਿਹੜਾ ਸਵਾਲ ਜਿਹੜਾ ਤੁਸੀਂ ਕੁਦਰਤ ਵਾਲਾ ਤਾਂ ਉਸ ਦਿਨ ਜਿਹੜਾ ਸਾਰਿਆਂ ਦੇ ਸਰੋਤਿਆਂ ਦੇ ਸਾਹਮਣੇ ਦੱਸ ਹੀ ਦਿੱਤਾ ਸੀ ਕਿ ਕੁਦਰਤ ਕਵਨ ਕਹਾਂ ਵਿਚਾਰ, ਪਰ ਇਸ ਐਪੀਸੋਡ ਦੇ ਵਿੱਚ ਵੀ ਮੇਰਾ ਸਵਾਲ ਸੇਮ ਸਵਾਲ ਹੀ ਰਹੇਗਾ ਕਿ ਸਾਡੇ ਸਰੋਤਿਆਂ ਦੇ ਨਾਲ ਕੇਂਦਰੀ ਭਾਵ ਦੇ ਵਿੱਚੋਂ ਜਿਹੜਾ ਮੇਨ ਪੁਆਇੰਟ ਆ, ਜਿਹੜਾ ਮੁੱਖ ਪੁਆਇੰਟ ਆ, ਮੁੱਖ ਬੰਦ ਆ, ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦਿਓ ਜੀ। ਹਾਂਜੀ ਬਾਪੂ ਜੀ। ਇੱਥੇ ਮੁਸ਼ਕਲ ਇਹ ਹੋਈ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਸਾਰਿਆਂ ਨਾਲੋਂ ਅਕਲਮੰਦ ਅਖਵਾਉਂਦਾ ਹੈ, ਧਰਮੀ ਅਖਵਾਉਂਦਾ ਹੈ, ਜਪ ਤਪ ਕਰਦਾ ਹੈ, ਸਮਾਧੀਆਂ ਲਾਉਂਦਾ ਹੈ, ਉਹ ਫਿਰ ਸਮਾਜ ਦਾ ਭਲਾ ਕਰਨ ਦੀ ਥਾਂ ਤੇ ਉਹ ਰੱਬ ਦਾ ਵਿਆਖਿਆ ਕਰਨ ਲੱਗ ਪੈਂਦਾ ਕਿ ਰੱਬ ਏਦਾਂ ਦਾ ਹੁੰਦਾ ਹੈ, ਇਹ ਉੱਥੇ ਬੈਠਦਾ ਹੈ, ਉਹ ਫਿਰ ਐਂ ਕੀਤੇ ਤੋਂ ਖੁਸ਼ ਹੁੰਦਾ ਹੈ, ਉਹਦੇ ਐਂ ਮੰਤਰ ਜਾਪ ਕਰੀਦੇ ਨੇ, ਘਰ ਘਾਟ ਛੱਡ ਕੇ ਜੰਗਲਾਂ ਨੂੰ ਭੱਜ ਜਾਈਦਾ। ਰੱਬ ਦੇ ਨਾਂ ਤੇ ਬਹੁਤ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ, ਤੇ ਇੰਨੇ ਰੱਬ ਦੇ ਰੂਪ ਪੇਸ਼ ਕੀਤੇ ਗਏ ਨੇ, ਗਿਣਤੀ ਤੋਂ ਬਾਹਰੇ ਨੇ। ਤੇ ਬੰਦਾ ਜਿਹਦੀ ਥੋੜੀ ਜਿਹੀ ਵੀ ਅਕਲ ਕੰਮ ਕਰਦੀ ਹੈ, ਉਹ ਪਾਗਲ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ ਕਿ ਮੈਂ ਕਰਾਂ ਤਾਂ ਕੀ ਕਰਾਂ। ਇਹਨਾਂ ਪੁਜਾਰੀਆਂ ਨੇ ਇੰਨਾ ਕੁਛ ਰੱਬ ਬਾਰੇ ਗਿਣਾ ਦਿੱਤਾ, ਹੁਣ ਰੱਬ ਮੈਂ ਕਿਵੇਂ ਲੱਭਾਂ, ਕਿਵੇਂ ਖੁਸ਼ ਕਰਾਂ। ਉਹਦੇ ਤਾਂ ਖੁਸ਼ ਕਰਨ ਦੇ ਅੱਡੋ ਅੱਡ ਤਰੀਕੇ ਨੇ, ਇੱਥੋਂ ਤੱਕ ਧਨ ਦੌਲਤ ਸੋਨਾ ਚਾਂਦੀ ਤਾਂ ਉਹਨੂੰ ਦੇ ਹੀ ਰਹੇ ਸੀ। ਜਿਹੜੇ ਪੁਜਾਰੀਆਂ ਦੇ ਰਾਹੀਂ ਆਮ ਲੋਕ ਆਪਣੀਆਂ ਜਵਾਨ ਲੜਕੀਆਂ ਵੀ ਰੱਬ ਦੇ ਨਾਂ ਤੇ ਅਰਪਣ ਕਰ ਰਹੇ ਸੀ। ਇੱਥੋਂ ਤੱਕ ਰੱਬ ਦੇ ਨਾਂ ਤੇ ਆਪਣੇ ਸਰੀਰ ਨੂੰ ਧਰਮ ਸਥਾਨਾਂ ਤੇ ਜਾ ਕੇ ਆਰੇ ਨਾਲ ਚਰਵਾ ਲੈਂਦੇ ਸੀ, ਬਲੀ ਦੇ ਦਿੰਦੇ ਸੀ, ਤੇ ਉਹ ਆਪਣੇ ਆਪ ਨੂੰ ਕੱਟ ਕੇ ਟੁਕੜੇ ਕਰਕੇ ਅੱਗ 'ਚ ਜਲਾ ਲੈਂਦੇ ਸੀ। ਬਹੁਤ ਕੁਝ ਦੁਸ਼ਟ ਕਰਮ ਪੁਜਾਰੀ ਨੇ ਰੱਬ ਦੇ ਨਾਂ ਤੇ ਕਰਵਾਇਆ। ਬਾਬਾ ਨਾਨਕ ਧੰਨਤਾ ਦੇ ਯੋਗ ਨੇ ਬਾਰ-ਬਾਰ ਉਹਨਾਂ ਦੇ ਚਰਨਾਂ ਤੇ ਸਿਰ ਝੁਕਦਾ ਹੈ ਕਿ ਉਹਨਾਂ ਨੇ ਅੱਜ ਤੋਂ ਕਰੀਬ 500 ਸਾਲ ਪਹਿਲਾਂ ਇਤਨੇ ਉੱਚੇ ਦਰਜੇ ਦੇ ਵਿਚਾਰ ਦਿੱਤੇ ਨੇ, ਔਰ ਕੂੜ ਕੁਪਰ ਪਖੰਡ ਨੂੰ ਸਾਰਿਆਂ ਨੂੰ ਨੰਗਾ ਕਰਕੇ ਰੱਖ ਦਿੱਤਾ ਅਤੇ ਬੇਬਾਕੀ ਨਾਲ ਉਹਨੂੰ ਰੱਦ ਕਰਕੇ ਰੱਖ ਦਿੱਤਾ ਕਿ ਰੱਬ ਦਾ ਖਹਿੜਾ ਛੱਡੋ, ਉਹਨੂੰ ਕੋਈ ਵੀ ਬੰਦਾ ਬਿਆਨ ਨਹੀਂ ਕਰ ਸਕਦਾ। ਆਪਣੇ ਧਿਆਨ ਮਾਰ ਕੇ ਦੇਖੀਏ, ਮੈਂ ਅਤੇ ਹੋਰ ਸਾਰੇ ਆਪਾਂ ਦੁੱਧ ਪੀਨੇ ਆ, ਦਾਣਾ ਖਾਂਦੇ ਆ, ਸਬਜ਼ੀ ਫਲ ਫਰੂਟ ਖਾਂਦੇ ਆ, ਇਹ ਸਾਰੇ ਕਾਸੇ ਦਾ ਰੂਪ ਬਦਲ ਕੇ ਸਾਡੀ ਜਾਣਕਾਰੀ ਤੋਂ ਬਿਨਾਂ ਸਾਡੇ ਸਰੀਰ ਦੇ ਅੰਦਰ ਇਹਦਾ ਖੂਨ ਕਿਵੇਂ ਬਣ ਜਾਂਦਾ ਹੈ ਆਪਾਂ ਨਹੀਂ ਦੱਸ ਸਕਦੇ। ਖੂਨ ਦੇ ਅੰਦਰ ਚਿੱਟੇ ਸੈੱਲ, ਜਿਹਨੂੰ ਕਿ ਪਹਿਰੇਦਾਰ ਆਖਿਆ ਜਾਂਦਾ ਹੈ, ਉਹ ਵਾਈਟ ਸੈੱਲ ਸਰੀਰ ਦੀ ਪਹਿਰੇਦਾਰੀ ਕਰਦੇ ਨੇ ਛੋਟੇ ਮੋਟੇ ਰੋਗਾਂ ਨੂੰ ਤੇ ਛੋਟੇ ਮੋਟੇ ਹਮਲਿਆਂ ਨੂੰ
ਉਹ ਆਪ ਮੁਕਾਬਲੇਬਾਜ਼ੀ ਕਰਕੇ ਖਤਮ ਕਰਦੇ ਨੇ। ਕਈ ਵਾਰੀ ਤਾਂ ਲੜਦੇ ਹੋਏ ਉਹ ਸੈੱਲ ਆਪ ਮਰ ਜਾਂਦੇ ਨੇ ਬਹੁਤ ਸਾਰੇ, ਪਰ ਦੂਜੇ ਨੂੰ ਮਾਰ ਕੇ ਹੀ ਸਾਹ ਲੈਂਦੇ ਨੇ। ਇਸੇ ਤਰ੍ਹਾਂ ਰੈੱਡ ਸੈੱਲ ਨੇ ਖੂਨ ਦੀ ਤਾਕਤ ਵਧਾਉਂਦੇ ਨੇ। ਖੂਨ ਦੀ ਤਾਕਤ ਨਾਲੇ ਸਾਡੀ ਤਾਕਤ ਵੱਧਦੀ ਹੈ। ਫਿਰ ਅੰਦਰ ਸਾਡੇ ਉਹ ਕਿੰਨਾ ਸਾਰਾ ਕੰਮ ਕਰਦੇ ਨੇ, ਇਹ ਗਿਣਤੀ ਤੋਂ ਬਾਹਰ ਹੈ। ਇਸੇ ਤਰ੍ਹਾਂ ਹੱਡੀਆਂ ਬਣਦੀਆਂ ਨੇ। ਸਾਡੇ ਸਰੀਰ ਦੇ ਅੰਦਰ ਪਲਾਸਟਿਕ ਹੈ, ਭਾਵ ਕਿ ਅੱਖਾਂ ਦੀਆਂ ਪਲਕਾਂ ਬੰਦ ਹੁੰਦੀਆਂ ਨੇ ਤੇ ਖੁੱਲਦੀਆਂ ਨੇ। ਇਹ ਕਿਉਂ ਖੁੱਲਦੀਆਂ ਬੰਦ ਹੁੰਦੀਆਂ ਨੇ? ਕਿਉਂਕਿ ਇਹਨਾਂ ਦੇ ਵਿੱਚ ਪਲਾਸਟਿਕ ਦਾ ਰੂਪਿਕ ਮਾਸ ਲੱਗਿਆ ਹੋਇਆ ਹੈ, ਤੇ ਜਦੋਂ ਇਹਨਾਂ ਨੂੰ ਦਿਮਾਗ ਵੱਲੋਂ ਹੁਕਮ ਆਉਂਦਾ ਹੈ, ਆਟੋਮੈਟਿਕ ਉਸ ਤਰ੍ਹਾਂ ਦਾ ਕੰਮ ਕਰਨ ਲੱਗ ਪੈਂਦੀਆਂ ਨੇ। ਬਾਕੀ ਸਰੀਰ ਦੇ ਵਿੱਚ ਵੀ ਇਸੇ ਤਰ੍ਹਾਂ ਪਲਾਸਟਿਕ ਮੌਜੂਦ ਹੈ। ਤੇ ਫਿਰ ਇਹਨਾਂ ਨੂੰ ਮੁਰੰਮਤ ਦਾ ਸਮਾਨ ਮੌਜੂਦ ਹੈ। ਅੱਖਾਂ ਦੇ ਵਿੱਚ ਕੈਮਰੇ ਮੌਜੂਦ ਨੇ, ਕੰਨਾਂ ਦੇ ਵਿੱਚ ਰਿਸੀਵਰ ਮੌਜੂਦ ਨੇ, ਜੀਭ ਦੇ ਵਿੱਚ ਸਵਾਦ ਲੈਣ ਦੇ ਜਿਹੜੇ ਜਜ਼ਬੇ ਮੌਜੂਦ ਨੇ, ਤੇ ਬੱਚਾ ਪੈਦਾ ਕਰਨ ਦੇ ਸਪਰਮਸ ਅੰਦਰ ਮੌਜੂਦ ਨੇ। ਇਹਨਾਂ ਕਿਸੇ ਵੀ ਚੀਜ਼ ਬਾਰੇ ਆਮ ਇਨਸਾਨ ਨਹੀਂ ਜਾਣਦਾ, ਪਰ ਰੱਬ ਨੂੰ ਉਹ ਭੱਜ ਕੇ ਜੱਫੀ ਪਾਉਣਾ ਚਾਹੁੰਦਾ ਕਿ ਮੈਂ ਤਾਂ ਰੱਬ ਬਾਰੇ ਜਾਣਦਾ। ਜਿਹੜੇ ਸਰੀਰ ਦੇ ਅੰਦਰ ਇੰਨੇ ਕੁਦਰਤ ਦੇ ਕਮਾਲ ਉੱਚੇ ਦਰਜੇ ਦੇ ਨਿਯਮ ਚੱਲ ਰਹੇ ਨੇ, ਉਹਦੇ ਬਾਰੇ ਧੇਲੇ ਦਾ ਪਤਾ ਨਹੀਂ। ਜੇ ਕਿਤੇ ਕੋਈ ਤਕਲੀਫ ਆਵੇ ਨਾ ਤਾਂ ਭੱਜ ਕੇ ਡਾਕਟਰ ਕੋਲੇ ਜਾਈਦਾ ਕਿ ਡਾਕਟਰ ਸਾਹਿਬ ਦੇਖਿਓ ਤਾਂ ਢਿੱਡ ਦੁਖਦਾ ਮੇਰਾ। ਜੀ ਅੱਗੋਂ ਡਾਕਟਰ ਕਹਿ ਦੇਵੇ ਉਹ ਭਾਈ ਤੂੰ ਆਪਣੇ ਸਰੀਰ ਬਾਰੇ ਵੀ ਕੁਝ ਨਹੀਂ ਜਾਣਦਾ, ਹੱਦ ਹੋ ਗਈ ਹੈ। ਨਹੀਂ ਜੀ ਮੈਂ ਸਰੀਰ ਬਾਰੇ ਤਾਂ ਨਹੀਂ ਜਾਣਦਾ। ਜੇ ਡਾਕਟਰ ਜਰਾ ਵਿਅੰਗ ਕਰਕੇ ਕਹਿ ਦੇਵੇ ਵੀ ਰੱਬ ਬਾਰੇ ਤਾਂ ਤੂੰ ਬਹੁਤ ਗੱਲਾਂ ਕਰਦਾ, ਹਾਂਜੀ ਰੱਬ ਬਾਰੇ ਤਾਂ ਮੈਂ ਜਾਣਦਾ, ਪਰ ਆਪਣੇ ਸਰੀਰ ਬਾਰੇ ਕੁਝ ਨਹੀਂ ਜਾਣਦਾ। ਇਹ ਬਹੁਤ ਕੁਝ ਸਾਡੇ ਦਿਮਾਗ 'ਚ ਪੁਜਾਰੀ ਤਬਕੇ ਨੇ ਪਾ ਦਿੱਤਾ ਹੈ। ਇਹ ਤੋਂ ਬਚਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਤਾਂ ਇੱਥੇ ਸਾਫ਼ ਕਹਿ ਰਹੇ ਨੇ, ਕੁਦਰਤ ਕਵਣ ਕਹਾਂ ਵਿਚਾਰ। ਮੈਂ ਨਹੀਂ ਦੱਸ ਸਕਦਾ, ਹਾਲਾਂਕਿ ਬਾਬਾ ਨਾਨਕ ਨੇ ਬਹੁਤ ਕੁਝ ਕੁਦਰਤ ਦੇ ਨਿਯਮਾਂ ਨੂੰ ਬਿਆਨ ਕੀਤਾ ਹੈ, ਜਿਹੜੀ ਕਿ ਵਿਗਿਆਨਕ ਆਧਾਰ ਤੇ ਅੱਜ ਚੀਜ਼ਾਂ ਫਿੱਟ ਆਉਂਦੀਆਂ ਨੇ। ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਨਿਮਾਣਾ ਆਖਿਆ ਕਿ ਮੈਂ ਧਰਤੀ ਦੇ ਉੱਤੇ ਕੁਦਰਤ ਬਾਰੇ, ਰੱਬ ਬਾਰੇ ਬਿਆਨ ਕਰਨ ਨਹੀਂ ਆਇਆ, ਉਹਦੀਆਂ ਦਿੱਤੀਆਂ ਦਾਤਾਂ ਬਾਰੇ ਤੁਹਾਨੂੰ ਦੱਸ ਰਿਹਾ। ਚੰਗੇ ਇਨਸਾਨ ਬਣੋ, ਅਕਲਮੰਦ ਬਣੋ, ਮਿਹਨਤੀ ਬਣੋ, ਏਕਤਾ ਦੇ ਸੂਤਰ ਵਿੱਚ ਪਰੋਏ ਰਹੋ। ਕਦੀ ਸੋਚ ਕੇ ਦੇਖੋ, ਸਾਡੇ ਸਰੀਰ ਦੇ ਅੰਗ ਜੇ ਆਪਸ ਦੇ ਵਿੱਚ ਏਕਤਾ ਦੇ ਸੂਤਰ ਵਿੱਚ ਨਾ ਪਰੋਏ ਹੋਣ ਤਾਂ ਇਹ ਸਰੀਰ ਨਕਾਰਾ ਹੋ ਜਾਵੇਗਾ, ਫਿਰ ਕੋਈ ਕੰਮ ਕਰਨ ਤੋਂ ਸਮਰੱਥ ਹੋ ਜਾਵੇਗਾ। ਅੱਖਾਂ ਕਿਧਰੇ ਹੋਰ ਵੇਖਦੀਆਂ ਨੇ, ਕੰਨ ਕੁਝ ਹੋਰ ਸੁਣਦੇ ਨੇ, ਪੈਰ ਕਿਧਰੇ ਹੋਰ ਖਿੱਚੀ ਜਾ ਰਹੇ ਨੇ, ਤੇ ਦਿਮਾਗ ਕੋਈ ਹੋਰ ਹੁਕਮ ਦੇ ਰਿਹਾ, ਹੱਥ ਕਹਿੰਦੇ ਨੇ ਅਸੀਂ ਤਾਂ ਦੂਜਾ ਹੋਰ ਤਰ੍ਹਾਂ ਦਾ ਕੰਮ ਕਰਨਾ ਹੈ। ਇਹ ਸਰੀਰ ਵੀ ਬੇਕਾਰ ਹੋ ਜਾਂਦਾ ਜੇ ਇਹ ਇੱਕ ਏਕਤਾ ਦੇ ਸੂਤਰ ਵਿੱਚ ਪਰੋਇਆ ਜਾ ਕੇ ਨਿਯਮਾਂ ਦੇ ਵਿੱਚ ਨਾ ਚੱਲੇ ਤਾਂ। ਹਰ ਥਾਂ ਤੇ ਗੁਰੂ ਸਾਹਿਬ ਨੇ ਇਹ ਗੱਲਾਂ ਸਮਝਾਈਆਂ ਨੇ ਕਿ ਭਾਈ ਏਕਤਾ ਦੇ ਸੂਤਰ ਵਿੱਚ ਪਰੋਏ ਜਾਣਾ, ਨਿਯਮਾਂ 'ਚ ਬੱਝੇ ਰਹਿਣਾ, ਅਕਲਮੰਦ ਬਣਨਾ, ਸਿੱਖਿਆ ਲੈਣੀ ਹੈ, ਹਿੰਮਤੀ ਉਦਮੀ ਮਿਹਨਤੀ ਬਣਨਾ, ਤਾਕਤ ਹਾਸਲ ਕਰਨੀ ਹੈ, ਤੇ ਫਿਰ ਤੁਸੀਂ ਸਾਰੇ ਕਿਤੇ ਸਫਲਤਾਵਾਂ ਹਾਸਲ ਕਰ ਸਕਦੇ ਹੋ। ਕੁਦਰਤ ਦੇ ਪਿੱਛੇ ਨਾ ਪਾਓ, ਰੱਬ ਦੇ ਪਿੱਛੇ ਨਾ ਪਾਓ। ਇਹ ਤਾਂ ਬਹੁਤ ਵੱਡੀ ਹੈ, ਇਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਬਾਬਾ ਨਾਨਕ ਨੇ ਸੈਂਕੜੇ ਨਹੀਂ ਹਜ਼ਾਰਾਂ ਥਾਵਾਂ ਤੇ ਆਖਿਆ ਕਿ ਇਹਨੂੰ ਅਸੀਂ ਆਮ ਲੋਕ ਜਾਣ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ, ਦੱਸ ਨਹੀਂ ਸਕਦੇ। ਇਸ ਕਰਕੇ ਇਸ ਗੱਲ ਤੇ ਬਹੁਤਾ ਸਮਾਂ ਬਰਬਾਦ ਨਾ ਕਰੀਏ। ਗਿਆਨ ਦੇ ਵਿੱਚ ਵਾਧਾ ਜ਼ਰੂਰ ਕਰੋ, ਪਰ ਧਰਤੀ ਦੇ ਉੱਤੇ ਜਿਉਣਾ, ਰਹਿਣਾ, ਸਮਾਜ ਨੂੰ ਸੋਹਣਾ ਬਣਾਉਣਾ ਇਹ ਜ਼ਰੂਰ ਸਿੱਖ ਲਓ। ਹਾਂਜੀ ਜੀ ਜੀ ਬਾਪੂ ਜੀ, ਜਿਵੇਂ ਕਿ ਸ਼੍ਰੀ ਰਾਗ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਆ, ਉੱਥੇ ਉਹ ਕਹਿੰਦੇ ਆ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜੇ ਆਖਾਂ ਨਾਉ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਉਹਦੀ ਕੀਮਤ ਆ, ਜਿਹੜੀ ਉਹਦਾ ਥਾਂ ਜਿਹੜਾ ਨਹੀਂ ਪਾਇਆ ਜਾ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਉਹ ਸਮਝਣਾ ਨਹੀਂ ਆ, ਨੇਚਰ ਦੇ ਵਿੱਚ ਜਿਉਣਾ ਸਿੱਖਣਾ। ਤੁਹਾਡੀ ਗੱਲ ਬਿਲਕੁਲ ਜਿਹੜੀ ਸਹੀ ਹੈ ਜੀ। ਹਾਂਜੀ ਬਾਪੂ ਜੀ, ਜਿਹੜਾ ਅੱਗੇ ਮੈਂ ਪੌੜੀ ਦਾ ਜਿਹੜਾ ਪੰਕਤੀ ਦਰ ਪੰਕਤੀ ਮੈਂ ਵਿਚਾਰ ਜਿਹੜਾ ਤੁਹਾਡੇ ਸਾਹਮਣੇ ਜਿਹੜੇ ਉਹਦਾ ਉਚਾਰਨ ਦੱਸ ਦਿੰਦਾ ਵਾ। ਤੇ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਮਨੁੱਖ ਨੂੰ ਕਿਸ ਤਰੀਕੇ ਦੇ ਨਾਲ ਦੱਸਿਆ ਗਿਆ ਆ, ਕਿਵੇਂ ਜਿਹੜੇ ਵਿਅਕਤੀ ਵਿਸ਼ੇਸ਼ ਦੀ ਗੱਲ ਕੀਤੀ ਗਈ ਆ, ਉਹ ਮੈਂ ਤੁਹਾਡੇ ਨਾਲ ਸਾਂਝ ਪਾ ਦਿੰਦਾ ਕਿ ਕਿਵੇਂ ਜਿਹੜੀਆਂ ਪੌੜੀ ਦੀਆਂ ਪੰਕਤੀਆਂ ਹੈਗੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਹਾਂਜੀ ਹਾਂਜੀ ਇੱਥੇ ਨਾ ਬਹੁਤ ਸਾਰੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕਾਂ ਨੇ, ਸਾਧਾਂ ਸੰਤਾਂ ਨੇ, ਜੋਗੀਆਂ ਨੇ, ਜੰਗਲਾਂ 'ਚ ਟੱਕਰਾਂ ਮਾਰਨ ਵਾਲਿਆਂ ਨੇ, ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਕਹਿ ਰਹੇ ਨੇ
ਅਸੰਖਾਂ ਹੀ ਜਪ ਕਰ ਲਏ ਰੱਬ ਦੀ ਪ੍ਰਾਪਤੀ ਵਾਸਤੇ, ਪਰ ਉਹਦੇ ਚੋਂ ਨਿਕਲਿਆ ਕੀ ਹੈ? ਇਹ ਪੂਰਾ ਭਾਰਤ ਦੇਸ਼ ਉੱਜੜ ਗਿਆ, ਬਰਬਾਦ ਹੋ ਗਿਆ। ਇਹ ਭਗਤੀ ਤਪੱਸਿਆ ਕਰ ਰਹੇ ਸੀ ਇੱਥੋਂ ਦੇ ਸਾਧ ਬਣ ਕੇ ਲੋਕ, ਅਸਲ ਦੇ ਵਿੱਚ ਕਾਇਰ ਸੀ, ਬੁਝਦਿਲ ਸੀ, ਡਰਪੋਕ ਸੀ, ਹਮਲਾਵਰ ਹਮਲਾ ਕਰਦੇ ਨੇ, ਇੱਥੇ ਸਭ ਕੁਝ ਤਬਾਹ ਕਰਦੇ ਨੇ, ਜਵਾਨ ਬਹੂ ਬੇਟੀਆਂ ਨੂੰ ਜਬਰੀ ਉਧਾਲ ਕੇ ਲੈ ਜਾਂਦੇ ਨੇ, ਤੇ ਸਾਧੂ ਮਹਾਤਮਾ ਭਗਤੀ ਤਪੱਸਿਆ ਕਰ ਰਹੇ ਨੇ। ਇਹ ਇਥੋਂ ਦਾ ਜਨਮ ਬਰਬਾਦ ਹੋ ਰਿਹਾ ਸਾਰਿਆਂ ਦਾ। ਕਹਿੰਦੇ ਅਗਲਾ ਜਨਮ ਸੰਵਾਰ ਰਹੇ ਆ ਜੀ, ਅਗਲੇ ਜਨਮ ਚ ਸੁਰਗਾਂ ਦੀ ਟਿਕਟ ਕਟਾ ਰਹੇ ਆ ਜੀ। ਇਹ ਸਾਰਾ ਕੁਝ ਲੋਕਾਂ ਨੂੰ ਉਹਨਾਂ ਨੇ ਇਸ ਰਾਹ ਤੇ ਪਾ ਦਿੱਤਾ। ਗੁਰੂ ਨਾਨਕ ਸਾਹਿਬ ਫਟਕਾਰ ਪਾਉਂਦੇ ਨੇ ਕਿ ਅਸੰਖ ਜਪ, ਉਹ ਅਸੰਖਾਂ ਲੋਕਾਂ ਨੇ ਜਪ ਕਰ ਲਏ ਨੇ। ਅਸੰਖ ਭਾਉ, ਇੱਥੇ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਆਪਣੇ ਆਪ ਨੂੰ ਦੱਸਦੇ ਨੇ, ਉਹ ਅਸੰਖਾਂ ਲੋਕ ਨੇ। ਕਾਹਦਾ ਪਿਆਰ ਹੈ? ਕੋਈ ਰੱਬ ਸਰੀਰ ਧਾਰੀ ਜੀਵ ਨਹੀਂ ਹੈ, ਤੇ ਉਹਦੇ ਨਾਲ ਪਿਆਰ ਦਾ ਮਤਲਬ ਹੈ ਸਮਾਜ ਨਾਲ ਪਿਆਰ ਕਰਨਾ, ਇੱਥੋਂ ਦੀ ਕੁਦਰਤ ਨਾਲ ਪਿਆਰ ਕਰਨਾ। ਅਸੀਂ ਸਾਰੇ ਪਾਸੇ ਇੱਥੇ ਤਾਂ ਸੁੰਨ ਹੋ ਕੇ ਬੈਠ ਗਏ ਆ, ਤਪੱਸਿਆ ਦਾ ਪਖੰਡ ਕਰ ਰਹੇ ਆ, ਘਰ ਘਾਟ ਛੱਡ ਦਿੱਤੇ ਨੇ, ਕੰਮ ਕਰਦੇ ਕੋਈ ਨਹੀਂ ਹਾਂ, ਵਿਹਲੜ ਹੋ ਗਏ ਆ। ਉਂਝ ਅਸੀਂ ਰੱਬ ਨੂੰ ਬਹੁਤ ਪਿਆਰ ਕਰਦੇ ਆ। ਛੱਡ ਦੋ ਇਸ ਨਾਟਕ ਨੂੰ। ਗੁਰੂ ਸਾਹਿਬ ਕਹਿੰਦੇ ਨੇ ਅਸੰਖ ਪੂਜਾ, ਬੜੀ ਪੂਜਾ ਹੋ ਰਹੀ ਹੈ। ਕੋਈ ਮੂਰਤੀਆਂ ਦੀ ਪੂਜਾ ਕਰਦਾ ਹੈ, ਕੋਈ ਦਰਿਆਵਾਂ ਦੀ, ਕੋਈ ਰੁੱਖਾਂ ਬਿਰਖਾਂ ਦੀ, ਕੋਈ ਬੰਦਿਆਂ ਦੀ ਬੰਦਾ ਪੂਜਾ ਕਰੀ ਜਾਂਦਾ ਹੈ, ਤੇ ਕੋਈ ਤਾਂ ਜਾਨਵਰਾਂ ਦੀ, ਗਾਵਾਂ ਦੀ ਵੀ ਪੂਜਾ ਕਰੀ ਜਾਂਦੇ ਨੇ, ਬਾਂਦਰਾਂ ਦੀ, ਚੂਹਿਆਂ ਦੀ ਪੂਜਾ ਕਰੀ ਜਾਂਦੇ ਨੇ। ਉਹ ਭਾਈ ਅਸੰਖਾਂ ਲੋਕ ਨੇ, ਅਤੇ ਅਸੰਖਾਂ ਤਰ੍ਹਾਂ ਦੀਆਂ ਪੂਜਾਵਾਂ ਤੁਸੀਂ ਕਰਦੇ ਆ ਰਹੇ ਹੋ। ਇਹ ਚੋਂ ਨਿਕਲਿਆ ਕੀ ਹੈ? ਨਿਕਲਿਆ ਇਹ ਹੈ ਕਿ ਤੁਸੀਂ ਪਾਗਲ ਹੋ ਚੁੱਕੇ ਹੋਏ ਹੋ। ਤੁਸੀਂ ਆਪਣੇ ਆਪ ਨੂੰ ਵਿਕਸਿਤ ਨਹੀਂ ਕੀਤਾ, ਪਰ ਪੱਥਰਾਂ ਦੀ ਪੂਜਾ ਤੇ ਜਾਨਵਰਾਂ ਦੀ, ਰੁੱਖਾਂ ਦੀ ਪੂਜਾ ਕਰ ਰਹੇ ਹੋ। ਤੇ ਫਿਰ ਨਤੀਜਾ ਕੀ ਨਿਕਲਿਆ? ਸਾਰਾ ਦੇਸ਼ ਗਰਕ ਹੋ ਗਿਆ, ਇਨਸਾਨੀਅਤ ਡੁੱਬਦੀ ਜਾ ਰਹੀ ਹੈ। ਅਸੰਖ ਤਪ ਤਾਓ, ਇੱਥੋਂ ਦੇ ਸਾਧੂਆਂ ਨੇ ਜਿਹੜੇ ਕਿ ਅਣਗਿਣਤ ਨੇ, ਉਹਨਾਂ ਨੇ ਤਪ ਕੀਤੇ, ਆਪਣੇ ਸਰੀਰਾਂ ਨੂੰ ਤਾਇਆ, ਅੱਗ ਦੇ ਵਿੱਚ ਧੂਣੀਆਂ ਚ ਤਾਪਿਆ, ਆਪਣੇ ਆਪ ਨੂੰ ਜਲ ਧਾਰੇ ਕੀਤੇ, ਪੁੱਠੇ ਲਟਕੇ ਬਰਫ਼ ਦੇ ਵਿੱਚ ਲੱਗ ਗਏ ਜਾ ਕੇ। ਬਹੁਤਿਆਂ ਨੇ ਜਾਨ ਗਵਾ ਲਈ ਤੇ ਬਹੁਤਿਆਂ ਨੇ ਆਪਣੇ ਅੰਗਾਂ ਨੂੰ ਨਕਾਰਾ ਕਰ ਲਿਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਿਕਲਿਆ ਕੀ ਹੈ ਇਹਦੇ ਚੋਂ? ਤੁਸੀਂ ਇਸ ਸਰੀਰ ਦੇ ਨਾਲ ਕੋਈ ਸਮਾਜ ਦਾ ਭਲਾ ਕਰਨਾ ਸੀ, ਸਰੀਰ ਦੇ ਨਾਲ ਸਮਾਜਤਾ ਦੇ ਦਾ ਕੋਈ ਭਲਾ ਨਹੀਂ ਕੀਤਾ, ਪਰ ਐਵੇਂ ਜ਼ਿੰਦਗੀ ਆਪਣੀ ਬਰਬਾਦ ਕਰਕੇ ਚਲੇ ਗਏ। ਸੋਚੋ ਕੁਝ, ਇਹਨਾਂ ਅਸੰਖਾਂ ਤੁਹਾਡੇ ਤਪਾਂ ਦੇ ਵਿੱਚੋਂ ਨਿਕਲਿਆ ਕੀ ਹੈ? ਕੁਝ ਵੀ ਪ੍ਰਾਪਤ ਨਹੀਂ ਹੋਇਆ। ਤੇ ਇੱਥੇ ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਹੀ, ਅਣਗਿਣਤ ਹੀ ਵੇਦਾਂ ਆਦਿਕ ਦੇ ਧਰਮ ਪੁਸਤਕਾਂ ਦੇ ਪਾਠ ਹੋ ਰਹੇ ਨੇ। ਅੱਜ ਸਾਡੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਹੇ ਨੇ। ਬੇਅੰਤ ਅਖੰਡ ਪਾਠ, ਕਦੀ ਦਰਬਾਰ ਸਾਹਿਬ ਵਿੱਚ, ਆਨੰਦਪੁਰ, ਦਮਦਮਾ ਸਾਹਿਬ, ਸਾਧਾਂ ਦੇ ਡੇਰੇ, ਆਮ ਗੁਰਦੁਆਰਿਆਂ ਚ, ਹਰੇਕ ਥਾਂ ਤੇ ਹੋ ਰਹੇ ਨੇ। ਤੇ ਉਹਦਾ ਰਿਜ਼ਲਟ ਕੀ ਨਿਕਲਿਆ? ਤੇ ਸਿੱਖ ਠੱਗ ਬਣ ਗਏ, ਧੋਖੇਬਾਜ਼ ਬਣ ਗਏ, ਚੋਰ ਬਣ ਗਏ, ਬੇਈਮਾਨ ਬਣ ਗਏ, ਲੁਟੇਰੇ ਬਣ ਗਏ। ਅੱਜ ਸਾਰਾ ਕੁਝ ਕੂੜ ਕੁਫਰ ਦੁਨੀਆ ਦੇ ਸਾਹਮਣੇ ਨੰਗਾ ਹੋ ਗਿਆ ਕਿ ਗੁਰਦੁਆਰਿਆਂ ਚ ਪਰਉਪਕਾਰੀ ਇਨਸਾਨ ਨਹੀਂ ਬੈਠੇ, ਧਰਮ ਸਥਾਨਾਂ ਦੇ ਉੱਤੇ ਸੇਵਾਦਾਰ ਨਹੀਂ ਬੈਠੇ, ਬਲਕਿ ਗੋਲਕਾਂ ਦੀ ਚੋਰੀ ਕਰਨ ਵਾਲੇ ਵੱਡੇ ਵੱਡੇ ਚੋਰ ਬੈਠੇ ਹੋਏ ਨੇ। ਤੇ ਇਹਨਾਂ ਗੱਲਾਂ ਦਾ ਸਾਨੂੰ ਨਤੀਜੇ ਤੋਂ ਪਤਾ ਲੱਗਣਾ ਚਾਹੀਦਾ ਹੈ। ਜਿਹੜਾ ਕੰਮ ਅਸੀਂ ਅੱਜ ਤੱਕ ਕੀਤਾ ਉਹਦਾ ਨਤੀਜਾ ਆ ਨਿਕਲਿਆ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ। ਉਹ ਭਾਈ ਬਹੁਤ ਪਾਠ ਕਰ ਲਏ, ਸੰਭਲ ਜੋ। ਜੇ ਤੁਹਾਡੀ ਬਾਣੀ ਗੁਰੂ ਨੇ ਜਿਹੜੀ ਲਿਖੀ ਹੈ ਉਹਨੂੰ ਸਮਝ ਲਓ, ਆਪ ਪੜ੍ਹ ਲਓ ਤੇ ਜ਼ਿੰਦਗੀ ਚ ਲਾਗੂ ਕਰ ਲਓ। ਤੇ ਇਸ ਤਰ੍ਹਾਂ ਦੇ ਕਿਰਾਏ ਦੇ ਮੁੱਲ ਦੇ ਪਾਠ ਕਰਾਉਣ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਅਸੰਖ ਜੋਗ ਮਨ ਹੈ ਉਦਾਸ। ਕਈ ਉਦਾਸ ਹੋ ਕੇ, ਨਿਰਾਸ਼ ਹੋ ਕੇ ਉਹ ਆਪਣੀ ਪਰਿਵਾਰਕ ਜ਼ਿੰਦਗੀ ਤੋਂ, ਘਰਾਂ ਤੋਂ ਦੌੜ ਜਾਂਦੇ ਨੇ ਤੇ ਕੰਮ ਕੋਈ ਨਹੀਂ ਕਰਦੇ, ਜੰਗਲਾਂ 'ਚ ਆਪਣੀ ਜ਼ਿੰਦਗੀ ਸਾਰੀ ਬਰਬਾਦ ਕਰ ਦਿੰਦੇ ਨੇ। ਤੇ ਇਸ ਤਰ੍ਹਾਂ ਕਿੰਨਾ ਕੁਝ ਹੈ ਜਿਹੜਾ ਸਾਰੇ ਪਾਸੇ ਸਾਡੇ ਵਾਪਰ ਰਿਹਾ ਹੈ। ਤੇ ਭਲਿਓ ਇਸ ਤਰ੍ਹਾਂ ਦੇ ਕੰਮ ਨਾ ਕਰੋ, ਸੰਭਲ ਜਾਵੋ ਤੇ ਗਿਆਨਵਾਨ ਤੇ ਚੰਗੇ ਇਨਸਾਨ ਬਣ ਕੇ ਆਪਣੇ ਆਪ ਦਾ, ਪਰਿਵਾਰ ਦਾ ਤੇ ਸਮਾਜ ਦਾ ਕੋਈ ਭਲਾ ਕਰੋ। ਹਾਂਜੀ।
ਜੀ ਜੀ ਬਾਪੂ ਜੀ, ਜਦੋਂ ਜਦੋਂ ਗੱਲ ਕਰਦੇ ਆ ਕਿ ਜਿਹੜੀਆਂ ਇਹ ਕੁਰੀਤੀਆਂ ਜਿਹੜੀਆਂ ਹੈਗੀਆਂ ਨੇ, ਇਹ ਕੁਰੀਤੀਆਂ ਜਿਸ ਟਾਈਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਲਿਖੀ ਆ, ਉਸ ਟਾਈਮ ਦੇ ਵਿੱਚ ਇਹ ਕੁਰੀਤੀਆਂ ਚੱਲਦੀਆਂ ਹੋਣਗੀਆਂ। ਲੋਕੀ ਕਹਿੰਦੇ ਆ ਵੀ ਉਦੋਂ ਚੱਲਦੀਆਂ ਸੀ, ਪਰ ਨਹੀਂ, ਇਹ ਤਾਂ ਐਜ਼ ਇਟ ਇਜ਼ ਉਸੇ ਤਰੀਕੇ ਦੇ ਨਾਲ ਸਿੱਖ ਸਮਾਜ ਦੇ ਵਿੱਚ ਵੀ ਇਹ ਕੁਰੀਤੀਆਂ ਆ ਚੁੱਕੀਆਂ, ਜਿਨ੍ਹਾਂ ਤੋਂ ਵਰਜਨਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਅੱਜ ਸਿੱਖ ਆ ਜਿਹੜੇ ਉਸੇ ਚੀਜ਼ ਨੂੰ ਜਿਹੜਾ ਉਹ ਕਰੀ ਬੈਠੇ ਆ। ਗੁਰੂ ਨਾਨਕ ਸਾਹਿਬ ਦੀ ਵਿਚਾਰ ਨੂੰ ਸਮਝਣਾ ਸੀ, ਪਰ ਗੁਰੂ ਨਾਨਕ ਸਾਹਿਬ ਨੂੰ ਪੂਜਣ ਤੱਕ ਜਿਹੜਾ ਇਹਨਾਂ ਦਾ ਕੰਮ ਆ, ਉਹ ਬਾਣੀ ਨੂੰ ਪੂਜਣ ਤੱਕ ਦਾ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਆ। ਜਿਵੇਂ ਕਿ ਜਿਹੜਾ ਪੜ੍ਹਨ ਦੇ ਬਾਰੇ ਵੀ ਲਿਖਿਆ ਹੋਇਆ, ਵਾਰਾਸਾ ਦੇ ਵਿੱਚ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਜਾਂ ਇਸ ਤਰੀਕੇ ਦੇ ਨਾਲ, ਹਨਾ ਵੀ ਜਦੋਂ ਕਿਹਾ ਵੀ ਇਸ ਤਰੀਕੇ ਪੜ੍ਹਨ ਦੇ ਨਾਲ, ਸਿਰਫ ਪੜ੍ਹਨ ਦੇ ਨਾਲ ਕੁਝ ਨਹੀਂ ਹੋਣਾ, ਤੁਹਾਡਾ ਜਿਹੜਾ ਜਦੋਂ ਤੱਕ ਮੰਨਣਾ ਨਹੀਂ ਆ, ਉਸ ਵਿਚਾਰ ਦੇ ਉੱਪਰ ਐਗਰੀ ਨਹੀਂ ਹੋਣਾ ਆ, ਉਹਨਾਂ ਟਾਈਮ ਕੋਈ ਫਾਇਦਾ ਨਹੀਂ ਆ। ਬਿਲਕੁਲ ਸਹੀ ਹੈ ਬਾਪੂ ਜੀ ਤੁਹਾਡੀ ਗੱਲ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਜੀ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਬਖਸਾਰ, ਅਸੰਖ ਮੋਣ ਲਿਵ ਲਾਏ ਤਾਰ। ਸਾਡੇ ਸਰੋਤਿਆਂ ਦੇ ਨਾਲ ਬਾਪੂ ਜੀ ਇੱਥੇ ਇਹ ਸਾਂਝ ਪਾ ਦਿਓ ਕਿ ਭਗਤੀ ਹੈ ਜਿਹੜੀ, ਭਗਤੀ ਕਿਹੜੀ ਹੋਣੀ ਚਾਹੀਦੀ ਆ, ਗਿਆਨ ਕਿਸ ਤਰੀਕੇ ਦੇ ਨਾਲ ਵਿਚਾਰਨਾ, ਸਮਝ, ਉਹ ਸਮਝ ਆ ਜਿਹੜੀ ਕਿਸ ਪੱਧਰ ਦੀ ਸਾਡੇ ਵਿੱਚ ਹੋਣੀ ਚਾਹੀਦੀ ਆ। ਦਾਤਾਰ ਕੌਣ ਆ, ਜਾਂ ਇਹ ਕਹਿ ਲਓ ਕਿ ਜਿਹੜੇ ਮੋਨੀ ਆ, ਜਿਹੜੇ ਉਹ ਸਮਾਧੀਆਂ ਲਾਈ ਤੁਰੇ ਫਿਰਦੇ ਆ, ਉਹਨਾਂ ਦਾ ਕੀ ਆਧਾਰ ਰਹੇਗਾ ਇਸ ਸਮਾਜ ਦੇ ਵਿੱਚ, ਇਹ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦਿਓ। ਹਾਂਜੀ ਬਾਪੂ ਜੀ। ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਸੰਖ ਭਗਤ, ਆਪਣੇ ਆਪ ਨੂੰ ਭਗਤ ਖਵਾਉਣ ਵਾਲੇ, ਜਾਣੀ ਕਿ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਨੂੰ, ਉਹਨਾਂ ਸਮਿਆਂ 'ਚ ਜਿਹੜੀ ਗੱਲ ਵਾਪਰ ਰਹੀ ਸੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਉਂਝ ਤਾਂ ਸਾਡੇ ਸਾਰੇ ਮਹਾਂਪੁਰਖਾਂ ਨੂੰ ਜਿਹੜੇ ਕਿ ਬਾਣੀ ਰਚੇਤਾ ਨੇ ਅਤੇ ਹੋਰ ਉੱਤਮ ਜੀਵਨ ਵਾਲੇ ਇਨਸਾਨ ਨੇ, ਉਹਨਾਂ ਨੂੰ ਗੁਰਬਾਣੀ 'ਚ ਭਗਤ ਵੀ ਆਖਿਆ ਗਿਆ ਹੈ। ਪਰ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨੇ, ਉਹ ਜਿਹੜੇ ਸੰਸਾਰ ਨੂੰ ਤਿਆਗ ਕੇ, ਜ਼ਿੰਮੇਵਾਰੀਆਂ ਛੱਡ ਕੇ ਜੰਗਲਾਂ ਚਲੇ ਗਏ ਨੇ, ਤੇ ਕਹਿੰਦੇ ਕੀ ਨੇ, ਅਸੀਂ ਤਾਂ ਭਗਤੀ ਕਰਨ ਵਾਸਤੇ ਚੱਲੇ ਆ। ਤੇ ਅਸਲ ਦੇ ਵਿੱਚ ਉਹ ਭਗੌੜੇ ਸੀ ਜ਼ਿੰਮੇਵਾਰੀਆਂ ਤੋਂ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਜਿਹੇ ਅਸੰਖ ਭਗਤ ਤੁਰੇ ਫਿਰਦੇ ਨੇ, ਉਹਨਾਂ ਦਾ ਨਤੀਜਾ ਕੱਢ ਕੇ ਦਿਖਾਓ ਕਿ ਉਹਨਾਂ ਨੇ ਕੀਤਾ ਕੀ ਹੈ ਸਮਾਜ ਵਾਸਤੇ। ਅਸੀਂ ਤੁਹਾਡੀ ਭਗਤੀ ਤੋਂ ਲੈਣਾ ਕੀ ਹੈ ਜੇ ਤੁਸੀਂ ਕੰਮ ਕੁਝ ਵੀ ਨਹੀਂ ਕੀਤਾ। ਮੰਨ ਲਓ ਕਿ ਮੈਂ ਬਾਗ ਲਾ ਦਿੱਤਾ ਖੇਤ ਦੇ ਵਿੱਚ, ਮੈਂ ਲੋਕਾਂ ਨੂੰ ਕਹਿ ਦੇਵਾਂ ਮੈਂ ਤਾਂ ਅੰਬ ਲਾਏ ਨੇ, ਅੰਗੂਰ ਲਾਏ ਨੇ, ਬਹੁਤ ਸੋਹਣੇ ਫਲ ਲੱਗਣਗੇ ਉਹਨਾਂ ਦੇ, ਪਰ ਜਦੋਂ ਰੁੱਖ ਵੱਡੇ ਹੋ ਗਏ, ਲੋਕੀ ਮੈਨੂੰ ਕਹਿਣ ਤੈਨੂੰ 5 ਸਾਲ 7 ਸਾਲ ਹੋ ਗਏ ਉਹਨਾਂ ਦੀ ਸੇਵਾ ਕਰਦਿਆਂ ਨੂੰ, ਕਦੀ ਫਲ ਤਾਂ ਖਵਾ ਦੇ, ਭਾਵੇਂ ਪੈਸੇ ਵੀ ਲੈ ਲਵੀਂ। ਮੈਂ ਆਖਾਂ ਵੀ ਫਲ ਮੈਂ ਕੋਈ ਨਹੀਂ ਖਵਾਉਣੇ, ਤੇ ਜੇ ਉਹ ਜਾ ਕੇ ਵੇਖਣ ਉੱਥੇ ਤਾਂ ਫਲ ਲੱਗੇ ਹੀ ਕੋਈ ਨਹੀਂ, ਉਹ ਮੈਨੂੰ ਲਾਹਣਤਾਂ ਪਾਉਣਗੇ ਵੀ ਭਲਿਆ ਮਾਨਸਾ 10 ਸਾਲ ਹੋ ਗਏ ਤੈਨੂੰ ਟੱਕਰਾਂ ਮਾਰਦੇ ਨੂੰ, ਫਲ ਤਾਂ ਲੱਗੇ ਹੀ ਕੋਈ ਨਹੀਂ। ਮੈਂ ਕਹਾ ਆਖੀ ਜਾਵਾਂ, ਦੇਖੋ ਜੀ ਮੈਂ ਇਹਨਾਂ ਦੀ ਸੇਵਾ ਬੜੀ ਕੀਤੀ ਹੈ, ਤੇ ਇਹਨਾਂ ਦੇ ਫਲ ਵੀ ਕਦੇ ਨਾ ਕਦੇ ਜ਼ਰੂਰ ਲੱਗਣਗੇ, ਭਾਵੇਂ ਅਗਲੇ ਜਨਮ 'ਚ ਹੀ ਲੱਗਣ ਸਹੀ। ਤਾਂ ਇਹੋ ਹੀ ਹਾਲ ਇਹਨਾਂ ਭਗਤੀ ਕਰਨ ਵਾਲਿਆਂ ਦਾ ਹੋਇਆ ਹੋਇਆ। ਗੁਰੂ ਸਾਹਿਬ ਕਹਿ ਰਹੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ, ਉਹ ਗਿਆਨ ਦੀਆਂ ਗੱਲਾਂ ਬੜੀਆਂ ਕਰਦੇ ਨੇ, ਉਹ ਭਗਤੀ ਹੋਣ ਦੇ ਨਾਤੇ ਕਹਿੰਦੇ ਨੇ ਅਸੀਂ ਬਹੁਤ ਵੱਡੇ ਗੁਣੀ ਇਨਸਾਨ ਬਣ ਗਏ ਆ, ਜਦੋਂ ਕਿ ਕੰਮ ਕੋਈ ਵੀ ਨਹੀਂ ਕੀਤਾ। ਉਹ ਆਪ ਤਾਂ ਐਕਸਰਸਾਈਜ਼ ਵੀ ਨਹੀਂ ਕਰਦੇ, ਤੁਰਦੇ ਫਿਰਦੇ ਵੀ ਨਹੀਂ, ਉਹਨਾਂ ਨੂੰ ਉਹਨਾਂ ਦੇ ਚੇਲੇ ਚਾਟੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਚੁੱਕ ਕੇ ਲਿਜਾਂਦੇ ਸੀ ਅੱਗੇ, ਤੇ ਕਹਿੰਦੇ ਸੀ ਅਸੀਂ ਬੜੀ ਸੇਵਾ ਕਰਦੇ ਆ। ਅਸੰਖ ਸਤੀ, ਤੇ ਅਸੀਂ ਬੜੇ ਦਾਨੀ ਆ, ਤੇ ਲੈਂਦੇ ਸੀ ਲੋਕਾਂ ਤੋਂ ਮਾਇਆ, ਤੇ ਦਾਨੀ ਆਪ ਬਣਦੇ ਸੀ। ਲੋਕਾਂ ਦਾ ਲਿਆ ਕੇ ਦਿੱਤਾ ਮਾਲ, ਉਹਦੇ ਵਿੱਚੋਂ ਥੋੜਾ ਥੋੜਾ ਪ੍ਰਸ਼ਾਦ ਰੂਪ ਦੇ ਵਿੱਚ ਲੋਕਾਂ ਨੂੰ ਦੇ ਦਿੰਦੇ ਸੀ। ਤੇ ਅੱਜ ਵੀ ਸਾਡੇ ਸਿੱਖਾਂ ਦੇ ਡੇਰਿਆਂ 'ਚ ਇਹੋ ਹੀ ਕੁਝ ਚੱਲ ਰਿਹਾ। ਅਸੀਂ ਸੇਬ ਅਤੇ ਹੋਰ ਬਹੁਤ ਕੀਮਤੀ ਚੀਜ਼ਾਂ ਡੇਰਿਆਂ 'ਚ ਲੈ ਕੇ ਜਾਂਦੇ ਸੀ, ਤੇ ਉਦੋਂ ਇੱਕ ਫਲ, ਇੱਕ ਕੇਲਾ, ਤੇ ਜਾਂ ਕੋਈ ਬਦਾਮਾਂ ਦੀ ਗਿਰੀ, ਉਹ ਸਾਧ ਬਾਬਾ ਸ਼ਰਧਾਲੂ ਦੇ ਪੱਲੇ ਪਾਉਂਦਾ, ਤੇ ਉਹਨੂੰ ਮੱਥੇ ਨਾਲ ਲਾ ਕੇ ਸ਼ਰਧਾਲੂ ਵਾਪਸ ਆ ਜਾਂਦਾ। ਉਹਨੂੰ ਲੱਗਦਾ ਕਿ ਮੇਰੇ ਤੇ ਕਿੱਡੀ ਬਖਸ਼ਿਸ਼ ਹੋ ਗਈ ਹੈ, ਹੁਣ ਤਾਂ ਮੇਰੇ ਸਾਰੇ ਕਾਰਜ ਰਾਸ ਹੋ ਜਾਣੇ ਨੇ, ਸਾਨੂੰ ਇਹਨਾਂ ਨੇ ਮੂਰਖ ਬਣਾ ਦਿੱਤਾ। ਅਸੰਖ ਸਤੀ, ਅਸੰਖ ਦਾਤਾਰ, ਬੜੇ ਦਾਤੇ ਬਣੇ ਹੋਏ ਨੇ ਅਣਗਿਣਤ ਲੋਕ, ਜਿਹੜੇ ਕਹਿੰਦੇ ਨੇ ਮੈਂ ਤਾਂ ਸਭ ਤੋਂ ਵੱਡਾ ਦਾਨੀ ਆ, ਮੇਰੇ ਵਰਗਾ ਦਾਨ ਕਰਨ ਵਾਲਾ ਕੋਈ ਵੀ ਨਹੀਂ ਹੈ। ਇਹੋ ਜਿਹੇ ਬਹੁਤ ਹੰਕਾਰੀ ਲੋਕ ਨੇ, ਤੇ ਇਹਨਾਂ ਲੋਕਾਂ ਨੇ ਸਾਡਾ ਸੰਵਾਰਿਆ ਕੁਝ ਵੀ ਨਹੀਂ। ਅਸੰਖ ਸੂਰ ਮੋਹ ਪਖਸਾਰ, ਇੱਥੇ ਅਣਗਿਣਤ ਲੋਕ ਯੋਧੇ ਬਣ ਕੇ, ਸੂਰਮੇ ਬਣ ਕੇ, ਤੇ ਖਤਰੇ ਸਹੇੜ ਕੇ ਜੰਗ ਯੁੱਧ 'ਚ ਵੀ ਮਰ ਜਾਂਦੇ ਨੇ, ਪਰ ਉਹਦਾ ਵੀ ਟੀਚਾ ਕੋਈ ਨਹੀਂ ਹੁੰਦਾ, ਉਹ ਜ਼ਿੰਦਗੀ ਦਾ ਨਿਸ਼ਾਨਾ ਕੋਈ ਨਹੀਂ ਹੁੰਦਾ। ਉਹਨਾਂ ਨੂੰ ਇਹ ਕੋਈ ਪਤਾ ਨਹੀਂ ਹੈ ਕਿ ਮੈਂ ਕਿਹਦੇ ਕਾਰਨ ਕਰਕੇ ਮਰ ਰਿਹਾ,
ਧਰਮ ਦਾ ਵਾਸਤਾ ਪਾ ਕੇ ਪੁਜਾਰੀ ਤਬਕਾ ਉਹਨਾਂ ਨੂੰ ਵੀ ਮਰਨ ਲਈ ਤਿਆਰ ਕਰਵਾ ਦਿੰਦਾ ਸੀ। ਜਿਵੇਂ ਅਸੀਂ ਬੱਕਰੇ ਵੱਢ ਲਏ, ਕੁੱਕੜ ਵੱਢ ਲਏ, ਭੇਡਾਂ ਵੱਢ ਲਈਆਂ, ਇਸੇ ਤਰ੍ਹਾਂ ਸਮਝ ਲਓ ਪੁਜਾਰੀ ਤਬਕੇ ਨੇ ਰਾਜਿਆਂ ਨਾਲ ਰਲ ਕੇ ਸਾਡੇ ਵਰਗਿਆਂ ਦੀ ਅੱਜ ਤੱਕ ਬਲੀ ਤੇ ਕੁਰਬਾਨੀ ਦਿੱਤੀ ਹੈ। ਤੇ ਇਹ ਤਾਂ ਹੁਣ ਡਾਇਰੈਕਟ ਤੌਰ ਤੇ ਤਾਂ ਕੁਰਬਾਨੀ ਤੇ ਬਲੀ ਭਾਵੇਂ ਬੰਦ ਹੋ ਗਈ ਹੈ, ਪਰ ਅਜੇ ਹੋਰ ਬਹੁਤ ਕਰੂਪ ਰੂਪ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਅੰਦਰ ਹੋਰ ਬਹੁਤ ਮੌਜੂਦ ਨੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਅਸੰਖ ਮੋਨ ਲਿਵਲਾਏ ਤਾਰ, ਕਿੰਨੇ ਸਾਰੇ ਅਣਗਿਣਤ ਲੋਕ ਮੋਨੀ ਹੀ ਬਣ ਕੇ ਬਹਿ ਜਾਂਦੇ ਨੇ। ਕਹਿੰਦੇ ਜੀ ਸਾਡੀ ਤਾਂ ਰੱਬ ਨਾਲ ਲਿਵ ਜੁੜੀ ਹੋਈ ਹੈ, ਅਸੀਂ ਤਾਂ ਰੱਬ ਨਾਲ ਇੱਕ ਸੁਰ ਹੋ ਗਏ ਆ। ਉਹ ਭਲਿਓ, ਜੇ ਤੁਸੀਂ ਇੱਕ ਸੁਰ ਹੋ ਹੀ ਗਏ ਹੋ, ਅੰਦਰ ਤਾਂ ਤੁਹਾਡੇ ਦਿਮਾਗ ਦੇ ਭਟਕਣਾ ਚੱਲ ਰਹੀ ਹੈ, ਬਾਹਰ ਸਾਰਾ ਸੋਹਣਾ ਰੂਪ ਤੁਹਾਨੂੰ ਕਿਤੇ ਨਜ਼ਰ ਆ ਗਿਆ, ਅੰਦਰ ਲਾਲਾਂ ਡਿੱਗਦੀਆਂ ਨੇ ਤੁਹਾਡੇ, ਤੇ ਕੋਈ ਮਾਇਆ ਦਿਸਪੀ ਉੱਥੇ ਵੀ ਤੁਹਾਡਾ ਮਨ ਲਲਚਾ ਜਾਂਦਾ। ਬਾਹਰੀ ਚੀਜ਼ਾਂ ਵੇਖ ਕੇ ਤੁਸੀਂ ਵੀ ਡੋਲਦੇ ਹੋ, ਪਰ ਉਂਝ ਤੁਸੀਂ ਮੋਨੀ ਬਣੇ ਹੋਏ ਹੋ ਕਿ ਅਸੀਂ ਤਾਂ ਜੀ ਮੌਨ ਧਾਰਿਆ ਹੋਇਆ ਹੈ। ਜੇ ਪੁੱਛੇ ਮੋਨੀ ਨੂੰ ਕਿ ਲੋੜਾਂ ਪੂਰੀਆਂ ਕਿਵੇਂ ਕਰਦਾ ਹੈ, ਮੈਂ ਬਥੇਰੇ ਸਾਧਾਂ ਨਾਲ ਇਹੋ ਜਿਹਾ ਟੱਕਰਾਂ ਲਈਆਂ ਨੇ, ਤੇ ਫਿਰ ਉਹਦੇ ਚੇਲੇ ਦੱਸਦੇ ਨੇ ਬਾਬਾ ਜੀ ਇਸ਼ਾਰਿਆਂ ਨਾਲ ਸਮਝਾ ਦਿੰਦੇ ਨੇ। ਮੈਂ ਬਾਬੇ ਨੇ ਜੀਭ ਰੱਖੀ ਹੋਈ ਹੈ ਕਿ ਕਟਾ ਦਿੱਤੀ ਹੈ, ਕਟਾ ਦੇਣੀ ਚਾਹੀਦੀ ਸੀ, ਕੀ ਕਰਨੀ ਹੈ ਰੱਖ ਕੇ, ਨਹੀਂ ਉਹ ਤਾਂ ਹੈਗੀ ਹੈ। ਤੇ ਮੈਂ ਕਿਹਾ ਹੋਰ ਜਿਹੜੀ ਚੀਜ਼ ਤੁਹਾਡੇ ਸਮਝ ਨਾ ਆਵੇ ਫਿਰ ਬਾਬਾ ਜੀ ਕੀ ਕਰਦੇ ਨੇ? ਕਹਿੰਦੇ ਜੀ ਫਿਰ ਪਰਚੀ ਤੇ ਲਿਖ ਕੇ ਦੇ ਦਿੰਦੇ ਨੇ ਕਿ ਮੈਨੂੰ ਆਹ ਚੀਜ਼ ਲਿਆ ਕੇ ਦੇ ਦਿਓ। ਇਹ ਸਾਰਾ ਕੁਝ ਢੋਂਗ ਇਹਨਾਂ ਆਖੇ ਜਾਂਦੇ ਧਰਮੀਆਂ ਨੇ ਚਾਰੇ ਪਾਸੇ ਫੈਲਾਇਆ ਹੋਇਆ। ਇਹ ਚੋਂ ਪ੍ਰਾਪਤੀ ਕੀ ਹੋਈ? ਪ੍ਰਾਪਤੀ ਇਹ ਹੋਈ ਇਹਨਾਂ ਬਹਾਨਿਆਂ ਨਾਲ ਬਿਨਾਂ ਕੋਈ ਕੰਮ ਕੀਤੇ ਸਾਨੂੰ ਲੁੱਟ ਕੇ ਖਾ ਗਏ, ਵਿਹਲੇ ਬੈਠਿਆਂ ਨੇ ਆਪਣੀਆਂ ਗੋਗੜਾਂ ਵਧਾ ਲਈਆਂ ਇਹਨਾਂ ਨੇ। ਜੀ ਬਿਲਕੁਲ ਬਾਪੂ ਜੀ, ਜੇ ਉਹ ਗੱਲ ਕਰਦੇ ਆ, ਜੇ ਅਸੀਂ ਇੱਥੇ ਗੱਲ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਆ, ਤਾਂ ਜਿਹੜੇ ਕਰਮ ਕਾਂਡਾਂ ਦਾ ਉੱਪਰ ਉਹ ਕੀਤਾ ਆ, ਭਗਤ ਬਾਣੀ ਦੇ ਵਿੱਚ ਉਹਨਾਂ ਦਾ ਸ਼ਰੇਆਮ ਜਾਂ ਆਪਾਂ ਹੋਰ ਜਗ੍ਹਾਵਾਂ ਤੇ ਬਹੁਤ ਜਗ੍ਹਾਵਾਂ ਤੇ ਖੰਡਨ ਮਿਲ ਜਾਣਾ। ਜਿਵੇਂ ਭਗਤ ਬਾਣੀ ਦੇ ਵਿੱਚ ਮਿਲਦਾ, ਭ੍ਰਮਤ ਫਿਰਤ ਬਹੁਤ ਜਨਮ ਬਿਲਾਨੇ, ਤਨ ਮਨ ਧਰਨੀ ਧੀਰੇ, ਲਾਲਚ ਬਿਕਾਮ ਲੋਭ ਦਰਾਤਾ, ਮਨ ਵਿਸਰੇ ਪ੍ਰਭ ਹੀਰੇ, ਹਨਾ। ਜਾਂ ਹੋਰ ਜਗ੍ਹਾ ਜੇ ਆਪਾਂ ਜੇ ਇਹਨਾਂ ਬਾਬਿਆਂ ਦੀਆਂ ਜਾਂ ਇਹਨਾਂ ਦੰਬੀਆਂ ਦੀਆਂ ਆਪਾਂ ਗੱਲਾਂ ਕਰੀਏ, ਤਾਂ ਜਿਹੜਾ ਅਜੋਕੇ ਜਿਹੜੇ ਹੜ੍ਹ ਆਏ ਆ, ਹੜ੍ਹਾਂ ਦੇ ਵੇਲੇ ਜਿਹੜੇ ਇਹ ਬਾਬੇ ਵੈਸੇ ਤਾਂ ਇਹ ਮੀਂਹ ਵੀ ਪਵਾ ਦਿੰਦੇ ਆ, ਹੋਰ ਵੀ ਬਹੁਤ ਕੁਛ ਕਰ ਦਿੰਦੇ ਆ, ਤੇ ਜਦੋਂ ਹੜ੍ਹ ਆਉਂਦੇ ਆ ਤੇ ਉਦੋਂ ਇਹਨਾਂ ਦਾ ਜਿਹੜਾ ਦਿਮਾਗ, ਇਹਨਾਂ ਦੀ ਕਰਾਮਾਤੀ ਸ਼ਕਤੀਆਂ ਕਿੱਥੇ ਚਲ ਜਾਂਦੀਆਂ ਨੇ ਵੀ ਭਾਈ ਲੋਕੋ ਤੁਸੀਂ ਸੁਚੇਤ ਹੋ ਜਾਓ, ਤੇ ਹੁਣ ਜਿਹੜਾ ਹੈਗਾ ਦੁਨੀਆ ਦੇ ਉੱਪਰ ਜਾਂ ਜਿਹੜਾ ਹੈਗਾ ਇਸ ਪਾਰਟੀਕੂਲਰ ਜਿਹੜੀ ਜਗ੍ਹਾ ਆ, ਉਸ ਜਗ੍ਹਾ ਦੇ ਉੱਪਰ ਜਿਹੜੀ ਤਬਾਹੀ ਆਉਣ ਵਾਲੀ ਹੈ, ਤੁਸੀਂ ਸੁਚੇਤ ਹੋ ਜਾਓ। ਉੱਥੇ ਇਹਨਾਂ ਦਾ ਕੁਝ ਨਹੀਂ ਚੱਲਦਾ, ਕਿਉਂਕਿ ਇਹਨਾਂ ਦਾ ਧੰਦਾ ਹੀ ਜਿਹੜਾ ਸਿਰਫ ਪੈਸੇ ਦਾ ਧੰਦਾ ਆ। ਇਹਨਾਂ ਨੂੰ ਕੋਈ ਉਸ ਚੀਜ਼ ਦੇ ਬਾਰੇ, ਕਿਉਂਕਿ ਨੇਚਰ ਦੇ ਨਾਲ ਖਿਲਵਾੜ, ਜੇ ਉਹ ਨੇਚਰ ਦੇ ਨਾਲ ਖਿਲਵਾੜ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹਾਂਜੀ ਬਾਪੂ ਜੀ। ਹਾਂ, ਆਖਰੀ ਫਿਰ ਜਿਹੜਾ ਨਿਚੋੜ ਹੈ ਆਪਾਂ ਗੁਰੂ ਨਾਨਕ ਸਾਹਿਬ ਸਾਡੇ ਸਾਹਮਣੇ ਪੇਸ਼ ਕਰਦੇ ਨੇ ਕਿ ਭਾਈ ਬਹੁਤ ਕੁਝ ਹੋ ਰਿਹਾ ਇੱਥੇ, ਸੰਭਲ ਜਾਓ ਜੇ ਸੰਭਲ ਸਕਦੇ ਹੋ। ਮੈਂ ਤੇ ਕੁਦਰਤ ਦਾ ਬਿਆਨ ਨਹੀਂ ਕਰ ਸਕਦਾ, ਕੁਦਰਤ ਕਬਨ ਕਹਾਂ ਵਿਚਾਰ, ਇਹ ਮੈਂ ਤੇ ਬਿਆਨ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜਿਹਨੂੰ ਅਸੀਂ ਮਹਾਨ ਮੰਨਦੇ ਆ, ਵਾਰਿਆ ਨਾ ਜਾਵਾਂ ਇੱਕ ਵਾਰ, ਕੁਦਰਤ ਦੇ ਵਿੱਚ ਇੰਨਾ ਕੁਝ ਪਿਆ, ਮੈਂ ਤਾਂ ਇਹਦੇ ਵਾਰਨੇ ਵੀ ਨਹੀਂ ਜਾ ਸਕਦਾ, ਇਹਦਾ ਧੰਨਵਾਦ ਵੀ ਨਹੀਂ ਕਰ ਸਕਦਾ, ਇੰਨਾ ਕੁਝ ਹੈ, ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਇੱਥੋਂ ਤੱਕ ਕਿਸੇ ਦੀ ਕਿਡਨੀ ਫੇਲ ਹੋ ਜਾਵੇ, ਜਦੋਂ ਕਿਡਨੀ ਕਿਤੇ ਖਰੀਦ ਕੇ ਕਿਸੇ ਤੋਂ ਹੋਰ ਤੋਂ ਉਹ ਆਪਣੇ ਸਰੀਰ 'ਚ ਪਾਉਣ ਦਾ ਇੱਛਾ ਉੱਠੇ ਤਾਂ ਮੁੱਲ ਪੁੱਛ ਕੇ ਵੇਖਿਓ, ਤੇ 10 ਲੱਖ ਵੀ ਹੋ ਸਕਦਾ ਹੈ, 50 ਲੱਖ ਵੀ ਹੋ ਸਕਦਾ ਹੈ। ਉਦੋਂ ਪਤਾ ਲੱਗਦਾ ਹੈ ਕਿ ਇਸ ਇੱਕ ਅੰਗ ਦਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਸੀ, ਇਹ ਤਾਂ ਕਈ ਲੱਖ ਦਾ ਵਿਕ ਜਾਂਦਾ ਹੈ। ਤੇ ਲੋਕ ਇਸ ਤਰ੍ਹਾਂ ਦੇ ਕੰਮ ਵੀ ਕਰਦੇ ਨੇ। ਸਾਨੂੰ ਮੁਫਤ ਵਿੱਚ ਮਿਲੇ ਹੋਏ ਇਹਨਾਂ ਕੀਮਤੀ ਅੰਗਾਂ ਦਾ ਪਤਾ ਨਹੀਂ, ਤੇ ਇਹਨਾਂ ਨੂੰ ਸੰਭਾਲਣਾ ਵੀ ਨਹੀਂ ਆਉਂਦਾ, ਇਹਨਾਂ ਨੂੰ ਬਰਬਾਦ ਕਰੀ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਮੈਂ ਤਾਂ ਤੇਰੇ ਨਿਯਮਾਂ ਨੂੰ ਸਿਰ ਮੱਥੇ ਸਵੀਕਾਰ ਕਰਦਾ। ਬਾਬਾ ਨਾਨਕ ਜੀ ਕਹਿ ਰਹੇ ਨੇ, ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰਆਕਾਰ। ਇੱਥੇ ਯਾਦ ਰੱਖਣਾ, ਸਿੱਧੀ ਰੱਬ ਦੀ ਗੱਲ ਕੋਈ ਨਹੀਂ ਹੈ ਇੱਥੇ, ਨਿਰਆਕਾਰ ਕਹਿ ਰਹੇ ਨੇ। ਨਿਰੰਕਾਰ ਤੋਂ ਭਾਵ ਹੈ ਨਿਰਆਕਾਰ, ਤੇਰਾ ਕੋਈ ਸਰੀਰ ਆਕਾਰ ਨਹੀਂ ਹੈ ਰੱਬ ਜੀ, ਤੇਰੀ ਕੁਦਰਤ ਹੀ ਆਕਾਰ ਧਾਰ ਕੇ ਸਾਡੇ ਸਾਹਮਣੇ ਆਈ ਹੈ। ਤੇਰੀ ਕੁਦਰਤ ਤੋਂ ਅਸੀਂ ਬਹੁਤ ਫਾਇਦੇ ਲੈ ਰਹੇ ਹਾਂ। ਬਾਕੀ ਅਸੰਖਾਂ ਲੋਕ ਨੇ ਭਟਕ ਰਹੇ ਨੇ, ਟੱਕਰਾਂ ਮਾਰ ਰਹੇ ਨੇ, ਪਰ ਸਾਨੂੰ ਸਮਝ ਆ ਗਈ ਹੈ ਅਸੀਂ ਤੇਰੇ ਕੁਦਰਤ ਤੋਂ ਬਹੁਤ ਸਾਰੀਆਂ ਸਹੂਲਤਾਂ, ਸੁੱਖ, ਫਾਇਦੇ ਲੈ ਸਕਦੇ ਹਾਂ ਤੇ ਲੈ ਰਹੇ ਹਾਂ।
ਜੀ ਹਾਂਜੀ। ਬਹੁਤ ਸ਼ੁਕਰੀਆ ਬਾਪੂ ਜੀ, ਜਿਹੜਾ ਤੁਸੀਂ ਸਾਡੇ ਨਾਲ, ਸਾਡੇ ਸਰੋਤਿਆਂ ਦੇ ਨਾਲ ਜਾਂਦੇ ਜਾਂਦੇ ਬਾਪੂ ਜੀ ਇਹਦਾ ਜਿਹੜਾ ਮੂਲ ਭਾਵ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸਾਡੇ ਲੋਕਾਂ ਨੂੰ, ਮੈਂ ਮੂਲ ਭਾਵ ਦਾ ਥੋੜਾ ਜਿਹਾ ਜ਼ਿਕਰ ਕਰ ਦੇਵਾਂ, ਕਿਵੇਂ ਕਿਵੇਂ ਜਿਹੜੇ ਇਹਦੇ ਵਿੱਚ ਆਮ ਜਿਹੜੇ ਲੋਕ ਆ ਕਿਸ ਤਰੀਕੇ ਦੇ ਨਾਲ ਗੁੰਮਰਾਹ ਕੀਤੇ ਜਾਂਦੇ ਆ, ਉਹਨਾਂ ਨੂੰ ਕਿੰਨੇ ਲੋਕ ਆ ਜਿਹੜੇ ਅਸੰਖ ਹੀ ਲੋਕ ਤੁਰੇ ਫਿਰਦੇ ਆ, ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕਰਦੇ ਆ। ਗੁਰੂ ਨਾਨਕ ਸਾਹਿਬ ਨੇ ਨੇਚਰ ਦੀ ਵਡਿਆਈ ਕਰ ਦਿੱਤੀ ਆ, ਸਭ ਕੁਛ ਹੈ ਨਾ, ਵੀ ਕਮਾਲ ਦੀ ਗੱਲ ਹੈ। ਇਸ ਜਗ੍ਹਾ ਤੇ ਸਾਡੇ ਸਰੋਤਿਆਂ ਨੂੰ ਬਾਪੂ ਜੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਵੀਡੀਓ ਦੇ ਆਖਰ ਦੇ ਉੱਤੇ ਤਾਂ ਉਹ ਜ਼ਰੂਰ ਦੇ ਦਿਓ ਜੀ। ਹਾਂਜੀ ਬਾਪੂ ਜੀ। ਹੁਣ ਬਸ ਇਹ ਧਿਆਨ ਰਵੇ, ਜਿਹੜਾ ਇਹ ਸ਼ਬਦ ਦੇ ਵਿੱਚ ਕੇਂਦਰੀ ਵਿਸ਼ਾ ਆਇਆ ਗੁਰੂ ਨਾਨਕ ਸਾਹਿਬ ਵੱਲੋਂ, ਉਹ ਇਹ ਹੈ ਕਿ ਆਪ ਅਸੀਂ ਕਰਨਾ ਹੈ ਸਾਰਾ ਕੁਛ। ਆ ਜਿਹੜੇ ਸਾਡੇ ਅਖੰਡ ਪਾਠ, ਮੰਤਰ ਜਾਪ, ਮੁੱਲ ਦੇ ਪਾਠ ਜਿਹੜੇ ਅਸੀਂ ਕਰਵਾ ਰਹੇ ਹਾਂ, ਉਹਨਾਂ ਤੋਂ ਖਹਿੜਾ ਛਡਾਓ ਤੇ ਆਪ ਮਿਹਨਤੀ ਬਣੋ, ਅਕਲਮੰਦ ਬਣੋ, ਵਿਦਵਾਨ ਬਣੋ ਤੇ ਆਪਣੇ ਆਪ ਨੂੰ, ਸਮਾਜ ਨੂੰ ਸੁਧਾਰਨ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਓ। ਦੂਜਿਆਂ ਤੇ ਨਿਰਭਰ ਹੋ ਕੇ ਰਹਿਣਾ ਇਹ ਮੂਰਖਤਾ ਦਾ ਕੰਮ ਹੈ ਤੇ ਇਹਦੇ ਤੋਂ ਬਚੋ। ਆਪ ਉਦਮੀ, ਮਿਹਨਤੀ, ਅਕਲਮੰਦ ਬਣੋ। ਜੀ ਬਹੁਤ ਸ਼ੁਕਰੀਆ ਬਾਪੂ ਜੀ, ਬਹੁਤ ਸ਼ੁਕਰੀਆ ਸਾਡੇ ਸਰੋਤਿਆਂ ਦਾ, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਬਹੁਤ ਹੀ ਵਧੀਆ। ਤੇ ਜਾਂਦੇ ਜਾਂਦੇ ਕਿ ਤੁਸੀਂ ਜਿਹੜਾ ਸਾਡੇ ਇਸ YouTube ਚੈਨਲ ਨੂੰ, ਤਤ ਗੁਰਮਤਿ ਗਿਆਨ TV ਨੂੰ, ਇਹਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਆ, ਤਾਂ ਜੋ ਤੁਹਾਡੇ ਨਾਲ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਆ ਉਹ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਹੋ ਸਕਣ ਟਾਈਮ ਟੂ ਟਾਈਮ। ਤੇ ਨਾਲ ਹੀ ਜਿਹੜਾ ਹੈਗਾ, ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ Facebook ਪੇਜ ਨੂੰ ਵੀ ਜਿਹੜਾ ਲਾਈਕ ਕਰ ਲਿਓ। ਬਹੁਤ ਸ਼ੁਕਰੀਆ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।